प्रभ अंतर जामी। नानक ओट पकड़ी प्रभ स्वामी। सुखो टल गुर सेविय ऐनस सहज सुभाय। दर्शन परसिय गुरु के जन्म मरण दुख जा। वै सिफत खसमदि नूर अरसों कुरसों छटिया। तुद डिठे सच्चे पातशाह माल जन्म जन्म दी कटिया। सजन सच्चा पातशाह सिर साहांदे साहो। जिस पास बैठया सोहीए सबना दा वेसाहो। जिस पास बैठया सोहीए सबना दा वेसाहो। सतनाम श्री वाहिगुरु साहिब जीओ। पोख तुखार ना व्यापई कंठ मिलिया हर ना हो। मन विद्या चरनार बिंद दर्शन लगड़ा साहो। पोख तुखार ना व्यापई कंठ मिलिया हर ना हो। मन विद्या चरनार बिंद दर्शन लगड़ा साहो। ओट गोविंद गोपाल राय सेवा स्वामी लाहो। बिख्या पोहे न सके मिल साधु गुण गाहो। जैते उपजी तह मिले सच्ची प्रीत समाहो। कर गह लीनी पार ब्रह्म बहुड़ ना विछड़िया हो। बाहर जाओ लख बेरिया हर सज्जन अगम अगाहो। शर्म पई नारायण नानक दर पया हो। ओख सुहंदा सर्ब सुख जिस बख्शे वे परवाहो। ओख सुहंदा सर्ब सुख जिस बख्शे वे परवाहो। वाहिगुरु जी का खालसा वाहिगुरु जी की फतेह। पतित पावन सतगुरु गरीब नवाज। गुरु ग्रंथ साहिब जियां दी पावन पवित्र हजूरी अंदर वाहिमान हो रही गुरु की संगत। आप संगतां ने गुरु दरबार अंदर बैठ के सतगुरां दी इलाही गुरबाणी दे कीर्तन दी दात सरवण कीती है। अज आपां नूं पोह दा महीना जो है, इस महीने की संगरांद का शुभ दिहाड़ा प्राप्त होया। तो इस महीने के अंदर सतगुरु धन गुरु गोबिंद सिंह महाराज जियां ने बड़े महान जिहड़े कौतक ने वो पातशाह ने कीते। यही महीना है जिस महीने दे विच महाराज ने आनंदपुर साहब दे अपने घर नूं अपने किले नूं छड्डिया। इसे महीने दे अंदर ही परिवार का विछोड़ा होया सरसा नदी के किनारे ते आके।
ਔਰ ਇਸੇ ਮਹੀਨੇ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਭਾਈ ਜੈਤਾ ਜੀ ਕਿਹਾ ਜਾਂਦਾ, ਉਹਨਾਂ ਦੀ ਸ਼ਹੀਦੀ, ਗੁਰੂ ਕੇ ਹੋਰ ਪਿਆਰਿਆਂ ਗੁਰਸਿੱਖਾਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਹੰਦ ਦੇ ਅੰਦਰ ਮਾਛੀਵਾੜੇ ਦਾ ਇਲਾਕਾ, ਇਹ ਜਿੰਨੇ ਵੀ ਕੌਤਕ ਮਹਾਰਾਜ ਨੇ ਕੀਤੇ, ਇਹ ਸਾਰੇ ਇਸੇ ਮਹੀਨੇ ਦੇ ਵਿੱਚ ਹੀ ਵਾਪਰੇ, ਪ੍ਰਾਪਤ ਹੋਏ। ਸੋ ਇਸ ਪੋਹ ਦੇ ਮਹੀਨੇ ਨੂੰ ਬੜਾ ਭਾਰੀ ਠੰਡ ਦਾ ਮਹੀਨਾ ਜਿਹੜਾ ਹੈ, ਉਹ ਵਿਦਵਾਨਾਂ ਨੇ ਕਥਨ ਕੀਤਾ ਵੀ ਇਹ ਬੜੀ ਵੱਡੀ ਠੰਡ ਇਸ ਮਹੀਨੇ ਦੇ ਅੰਦਰ ਪੈਂਦੀ ਹੈ। ਸੋ ਇਹ ਮਹੀਨਾ ਪੋਹ ਦਾ ਜੋ ਹੈ ਉਹ ਆਪਾਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਜੀ ਇਸ ਮਹੀਨੇ ਦੇ ਅੰਦਰ ਆਪਾਂ ਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਗੁਰਸਿੱਖ ਨੂੰ ਕੀ ਕਰਨਾ ਚਾਹੀਦਾ, ਔਰ ਇਹ ਮਹੀਨਾ ਸਫਲਾ ਕਿਵੇਂ ਹੋਵੇ, ਇਹ ਵਿਚਾਰ ਆਪਾਂ ਸਤਿਗੁਰਾਂ ਦੀ ਗੁਰਬਾਣੀ ਦੀ ਸਰਵਣ ਕਰਾਂਗੇ। ਸਰੀਰ ਕਰਕੇ ਬੈਠੇ ਹਾਂ ਮਹਾਰਾਜ ਦੀ ਨਿੱਘੀ ਗੋਦ ਦੇ ਅੰਦਰ, ਮਨ ਕਰਕੇ ਵੀ ਬੈਠੀਏ ਔਰ ਭਾਵਨਾ ਦੇ ਨਾਲ ਸਤਿਗੁਰਾਂ ਦੇ ਜੋ ਅੰਮ੍ਰਿਤ ਬਚਨ ਨੇ, ਇਹਨਾਂ ਨੂੰ ਸਰਵਣ ਕਰਕੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾਹੋ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਸ ਬਾਣੀ ਨੂੰ ਉਚਾਰਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਾਝ ਰਾਗ ਦੇ ਵਿੱਚ ਇਹ ਬਾਣੀ ਮਹਾਰਾਜ ਨੇ ਲਿਖੀ ਹੈ। 133 ਅੰਗ ਤੋਂ ਇਹ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਾਰੰਭ ਹੁੰਦੀ ਹੈ ਅਤੇ 12 ਮਹੀਨੇ ਮਹਾਰਾਜ ਜੀਆਂ ਨੇ ਉੱਥੇ ਬਖਸ਼ਿਸ਼ ਕੀਤੇ। ਕੁਝ ਗੁਰਸਿੱਖਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਇਹ ਬਖਸ਼ਿਸ਼, ਇਹ ਬੇਨਤੀ ਕੀਤੀ, ਮਹਾਰਾਜ ਐਸੀ ਬਖਸ਼ਿਸ਼ ਕਰੋ, ਐਸੀ ਸੁਖੈਨ ਬਾਣੀ, ਸੌਖੀ ਪੜ੍ਹਨ ਵਾਲੀ, ਜਿਹੜੀ ਪੜ੍ਹਨ ਵਿੱਚ ਵੀ ਸੌਖੀ ਹੋਵੇ ਔਰ ਪੜ੍ਹਦਿਆਂ ਉਸ ਬਾਣੀ ਦੇ ਅਰਥ ਜਿਹੜੇ ਸਮਝ ਪੈ ਜਾਣ, ਐਸੇ ਸੌਖੇ ਅਰਥਾਂ ਵਾਲੀ ਬਾਣੀ ਆਪ ਜੀ ਬਖਸ਼ਿਸ਼ ਕਰੋ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਕਿਸੇ ਪੰਡਤ ਵਿਦਵਾਨ ਨੇ, ਬ੍ਰਾਹਮਣ ਨੇ ਸਵਾਲ ਕੀਤਾ ਸੀ, ਕਹਿਣ ਲੱਗਾ ਮਹਾਰਾਜ ਦੁਨੀਆ ਦੇ ਉੱਪਰ ਬਾਣੀ ਤੇ ਪਹਿਲਾਂ ਵੀ ਬੜੀ ਹੈ, ਵੇਖੋ ਵੇਦ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਕਿੰਨੇ ਗ੍ਰੰਥ ਪਹਿਲਾਂ ਹੀ ਰਚੇ ਹੋਏ, ਆਪ ਜੀ ਕਿਉਂ ਬਾਣੀ ਰਚਦੇ ਪਏ ਹੋ? ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਬ੍ਰਾਹਮਣ ਜੀ, ਧਰਤੀ ਸਾਰੀ ਦੇ ਥੱਲੇ ਪਾਣੀ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਾਣੀ ਨਾ ਹੋਵੇ। ਫਰਕ ਸਿਰਫ ਇੰਨਾ ਵੀ ਕਿਤੇ ਡੂੰਘਾ ਹੈ ਤੇ ਕਿਤੇ ਘੱਟ ਡੂੰਘਾ ਹੈ, ਪਰ ਹੈ ਸਾਰੀ ਧਰਤੀ ਥੱਲੇ ਪਾਣੀ। ਇਹ ਦੱਸੋ ਵੀ ਜਦੋਂ ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਫਿਰ ਮੀਂਹ ਕਿਉਂ ਪੈਂਦਾ ਹੈ? ਪਰਮਾਤਮਾ ਮੀਂਹ ਪਾਉਂਦਾ ਤੇ ਉਹਦੀ ਇੱਕ ਜ਼ਰੂਰਤ ਹੈ ਨਾ। ਜ਼ਰੂਰਤ ਕੀ ਹੈ? ਪਾਣੀ ਤੇ ਧਰਤੀ ਦੇ ਥੱਲੇ ਡੂੰਘਾ ਹੈ, ਕੋਈ ਯਤਨ ਕਰੇਗਾ, ਕੋਈ ਮਾਇਆ ਖਰਚੇਗਾ ਤੇ ਫਿਰ ਪਾਣੀ ਨੂੰ ਕੱਢੇਗਾ। ਔਰ ਪਾਣੀ ਕੱਢ ਕੇ ਕੁਝ ਇਲਾਕੇ ਨੂੰ ਸਿੰਚਿਆ ਜਾ ਸਕਦਾ, ਕੁਝ ਖੇਤ, ਮੰਨ ਲਓ ਖੂਹ ਲਾਇਆ ਤੇ ਕੋਈ 8-10 ਖੇਤ ਭਰ ਲਵੇਗਾ, ਪਰ ਪਾਣੀ ਖੂਹ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਧਰਤੀ ਤੋਂ ਨਿਕਲਿਆ ਪਾਣੀ ਆਪਣੇ ਤੋਂ ਉੱਚੀ ਜਗ੍ਹਾ 'ਤੇ ਲੈ ਕੇ ਜਾਣਾ ਬੜਾ ਔਖਾ। ਅੱਜ ਤੇ ਚਲੋ ਸਾਇੰਸ ਦਾ ਯੁੱਗ ਹੈ ਨਾ, ਬੜਾ ਕੁਝ, ਬੜੇ ਸਾਧਨ ਬਣ ਗਏ, ਪੈਪ ਬਣ ਗਏ, ਮੋਟਰਾਂ ਬਣ ਗਈਆਂ, ਬੜਾ ਕੁਝ ਹੈ, ਪਰ ਉਹਨਾਂ ਸਮਿਆਂ ਵਿੱਚ ਇਹ ਕੁਝ ਨਹੀਂ ਹੈ। ਖੂਹ ਤੋਂ 1 ਫੁੱਟ ਵੀ ਉੱਚਾ ਪਾਣੀ ਲੈ ਕੇ ਜਾਣਾ ਤੇ ਬੜਾ ਔਖਾ ਹੈ। ਜੇ ਖੂਹ ਲੱਗ ਵੀ ਗਿਆ ਪਾਣੀ ਕੱਢਣ ਵਾਸਤੇ ਤੇ ਕੁਝ ਕਿੱਲਿਆਂ ਨੂੰ ਸਿੰਚੇਗਾ ਤੇ ਬਾਕੀ, ਪਰ ਮੀਂਹ ਦਾ ਪਾਣੀ ਜਿਹੜਾ ਨਾ ਟਿੱਬਿਆਂ 'ਤੇ ਵੀ ਪੈਂਦਾ, ਉੱਚਾ ਟਿੱਬਾ ਉਹਦੇ 'ਤੇ ਵੀ ਮੀਂਹ ਪਵੇਗਾ, ਨੀਵੀਂ ਥਾਂ 'ਤੇ ਵੀ, ਗਰੀਬ ਦੀ ਜ਼ਮੀਨ ਵਿੱਚ, ਅਮੀਰ ਦੀ ਜ਼ਮੀਨ ਵਿੱਚ ਮੀਂਹ ਸਾਰਿਆਂ ਥਾਵਾਂ 'ਤੇ ਪੈਂਦਾ ਔਰ ਗਰਮੀ ਦੂਰ ਕਰ ਦਿੰਦਾ, ਤਪਸ਼ ਦੂਰ ਕਰ ਦਿੰਦਾ, ਪਾਣੀ ਦੀ ਘਾਟ ਬਣਾ ਦਿੰਦਾ, ਵਾਧੂ ਕਰ ਦਿੰਦਾ। ਪਿੰਡਾਂ ਦੇ ਤਲਾਬ ਤੇ ਛੱਪੜ ਪਾਣੀ ਦੇ ਭਰ ਜਾਂਦੇ, ਪਸ਼ੂਆਂ ਨੂੰ ਪੀਣ ਦਾ ਸੌਖ ਹੋ ਜਾਂਦੀ ਹੈ। ਕਹਿਣ ਲੱਗਾ ਹਾਂ ਮਹਾਰਾਜ ਇਹ ਗੱਲ ਤੇ ਠੀਕ ਹੈ, ਧਰਤੀ ਦੇ ਥੱਲੇ ਸਾਰੀ ਦੇ ਪਾਣੀ ਤੇ ਹੈ, ਪਰ ਪਰਮਾਤਮਾ ਮੀਂਹ ਵੀ ਪਾਉਂਦਾ, ਕਿਉਂਕਿ ਜੋ ਕੰਮ ਮੀਂਹ ਨੇ ਕਰ ਦੇਣਾ ਉਹ ਧਰਤੀ ਦੇ ਥੱਲੇ ਵਾਲਾ ਪਾਣੀ ਕੱਢਣਾ ਔਖਾ, ਤੇ ਇੰਨਾ ਕੰਮ ਵੀ ਨਹੀਂ ਲਿਆ ਜਾ ਸਕਦਾ।
ਮੀਂਹ ਜ਼ਰੂਰੀ ਹੈ, ਸਾਰਿਆਂ ਥਾਵਾਂ 'ਤੇ ਇੱਕੋ ਵਾਰੀ ਪੈਂਦਾ ਹੈ। ਸਾਰੀ ਗਰਮੀ ਔਰ ਸਾਰੀ ਇਹ ਜਿਹੜੀ ਪਾਣੀ ਤੋਂ ਘਾਟ ਦੀ ਸਮੱਸਿਆ ਉਹਨੂੰ ਦੂਰ ਕਰ ਦਿੰਦਾ। ਤੇ ਮਹਾਰਾਜ ਕਹਿਣ ਲੱਗੇ ਗੁਰਮੁਖਾ, ਇਸੇ ਤਰ੍ਹਾਂ ਭਾਵੇਂ ਵੇਦ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਹੋਰ ਧਾਰਮਿਕ ਗ੍ਰੰਥ ਨੇ, ਬਾਣੀ ਤੇ ਪਹਿਲਾਂ ਸੀ, ਪਰ ਉਹ ਜਿਹੜੀ ਬਾਣੀ ਹੈ ਨਾ, ਉਹ ਖੂਹ ਦੇ ਪਾਣੀ ਵਰਗੀ ਹੈ। ਉਹਦਾ ਕਾਰਨ ਕੀ ਹੈ? ਇਹ ਖੂਹ ਹਰੇਕ ਬੰਦਾ ਨਹੀਂ ਲਵਾ ਸਕਦਾ। ਜਿਹਦੇ ਕੋਲ ਬਹੁਤੀ ਜ਼ਮੀਨ ਹੈ, ਜਿਹਦੇ ਕੋਲ ਪੈਸੇ ਨੇ, ਉਹ ਲਵਾਵੇਗਾ। ਇਸੇ ਤਰ੍ਹਾਂ ਜਿਹੜੇ ਵੇਦ ਸ਼ਾਸਤਰ ਨੇ ਨਾ, ਉਹਨੂੰ ਹਰੇਕ ਬੰਦਾ ਪੜ੍ਹ ਹੀ ਨਹੀਂ ਸਕਦਾ ਹੈ। ਉਹਨਾਂ ਦੀ ਭਾਸ਼ਾ ਬੜੀ ਔਖੀ ਹੈ, ਸੰਸਕ੍ਰਿਤ ਵਿੱਚ ਲਿਖੇ ਹੋਏ। ਪਹਿਲਾਂ ਤਾਂ ਜਾ ਕੇ ਉਹ ਭਾਸ਼ਾ ਸਿੱਖਣੀ ਪਵੇਗੀ। ਜਿਵੇਂ ਖੂਹ ਲਾਉਣਾ ਸੌਖਾ ਨਹੀਂ ਹੈ, ਸੰਸਕ੍ਰਿਤ ਪੜ੍ਹਨੀ ਵੀ ਸੌਖੀ ਨਹੀਂ ਹੈ। ਮੰਨ ਲਓ ਖੂਹ ਲੱਗ ਗਿਆ, ਸੰਸਕ੍ਰਿਤ ਪੜ੍ਹ ਲਈ ਹੈ, ਪਰ ਖੂਹ ਦਾ ਕੰਮ ਹੈ 8-10 ਖੇਤਾਂ ਨੂੰ ਸਿੰਚ ਦੇਣਾ, 8-10 ਖੇਤਾਂ ਨੂੰ ਪਾਣੀ ਦੇਣਾ। ਹੁਣ ਵੇਦਾਂ ਦੀ ਸਮੱਸਿਆ ਇਹ ਹੈ ਵੀ ਵੇਦ ਨੂੰ ਹਰੇਕ ਬੰਦਾ ਸੁਣ ਨਹੀਂ ਸਕਦਾ, ਉਹਦਾ ਇੱਕ ਦਾਇਰਾ ਹੈ। ਵੇਦ ਨੂੰ ਕੇਵਲ ਤੇ ਕੇਵਲ ਬ੍ਰਾਹਮਣ ਹੀ ਸੁਣ ਸਕਦਾ। ਬ੍ਰਾਹਮਣ ਤੋਂ ਬਿਨਾਂ ਬਾਕੀ ਕੋਈ ਜਾਤ ਨਾ ਪੜ੍ਹ ਸਕਦੀ ਹੈ, ਨਾ ਸੁਣ ਸਕਦੀ ਹੈ। ਤੇ ਬ੍ਰਾਹਮਣ ਨੇ ਥੋੜ੍ਹੀ ਜਿਹੀ ਛੋਟ ਦੇ ਦਿੱਤੀ ਹੈ ਖੱਤਰੀ ਨੂੰ, ਕਿ ਵੇਦ ਨੂੰ ਬ੍ਰਾਹਮਣ ਪੜ੍ਹ ਸਕਦਾ, ਸੁਣ ਸਕਦਾ ਹੈ। ਖੱਤਰੀ ਇਕੱਲਾ ਸੁਣ ਹੀ ਸਕਦਾ, ਪੜ੍ਹ ਉਹ ਵੀ ਨਹੀਂ ਸਕਦਾ ਹੈ। ਦੁਨੀਆ 'ਤੇ 2 ਜਾਤਾਂ ਨੇ ਜਿਹੜੀਆਂ ਵੇਦ ਨੂੰ ਪੜ੍ਹ ਸਕਦੀਆਂ ਤੇ ਸੁਣ ਸਕਦੀਆਂ। ਇਹਨਾਂ ਤੋਂ ਬਿਨਾਂ ਤੀਜਾ ਕੋਈ ਜਾਤ ਦਾ ਵਿਅਕਤੀ ਪੜ੍ਹ ਸੁਣ ਹੀ ਨਹੀਂ ਸਕਦਾ। ਤੇ ਜੇ ਗੁਰਮੁਖੋ ਕਿਤੇ ਲੰਘਦਿਆਂ ਮੰਨ ਲਓ ਰਸਤੇ ਤੋਂ ਜਾ ਰਹੇ ਹਾਂ ਤੇ ਕੋਈ ਵੇਦ ਪੜ੍ਹਦਾ ਪਿਆ ਨਾ, ਤਾਂ ਉਹਦੀ ਆਵਾਜ਼ ਕਿਤੇ ਗਲਤੀ ਨਾਲ ਵੀ ਕੰਨ 'ਚ ਪੈ ਗਈ ਨਾ, ਤੇ ਪਤਾ ਲੱਗ ਗਿਆ ਬ੍ਰਾਹਮਣ ਨੂੰ ਵੀ ਇਹਦੇ ਕੰਨ ਵਿੱਚ ਵੇਦ ਦੀ ਆਵਾਜ਼ ਪੈ ਗਈ ਹੈ, ਤੇ ਸਿੱਕਾ ਢਾਲ ਕੇ ਉਹਦੇ ਕੰਨ ਵਿੱਚ ਪਾ ਦਿੰਦੇ, ਕੰਨ ਹੀ ਬੋਲਾ ਕਰ ਦਿੰਦੇ ਵੀ ਹੁਣ ਗਾਂ ਸੁਣ ਹੀ ਨਾ ਸਕੇ। ਐਸੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ। ਮਹਾਰਾਜ ਕਹਿਣ ਲੱਗੇ ਖੂਹ ਲਾਉਣਾ ਸੌਖਾ ਨਹੀਂ, ਲਾ ਵੀ ਲਿਆ ਤੇ 12-14 ਖੇਤ ਭਰੇਗਾ। ਵੇਦ ਪੜ੍ਹਨਾ ਸੌਖਾ ਨਹੀਂ, ਪੜ੍ਹ ਵੀ ਲਿਆ ਤੇ ਕੇਵਲ 2 ਤਬਕੇ ਦੇ ਲੋਕ, ਬ੍ਰਾਹਮਣ ਔਰ ਖੱਤਰੀ, ਉਹਦਾ ਲਾਭ ਲੈ ਸਕਦੇ, ਤੀਜਾ ਬੰਦਾ ਲੈ ਨਹੀਂ ਸਕਦਾ। ਥੋੜ੍ਹੇ ਜਿਹੇ ਵਿਅਕਤੀਆਂ ਦਾ ਭਲਾ ਕਰਨ ਵਾਲਾ। ਪਰ ਗੁਰਮੁਖੋ ਜਦੋਂ ਮੀਂਹ ਪੈਂਦਾ ਹੈ ਨਾ, ਉੱਥੇ ਫਿਰ ਖੇਤਾਂ ਦੀ ਗਿਣਤੀ ਨਹੀਂ ਰਹਿੰਦੀ ਵੀ ਕਿੰਨੇ ਸੈਂਕੜੇ, ਕਿੰਨੇ ਏਕੜ ਜ਼ਮੀਨ ਪਾਣੀ ਨਾਲ ਭਰ ਗਈ ਹੈ, ਕਿੰਨੇ ਤਲਾਬ ਭਰ ਗਏ, ਕਿੰਨੇ ਛੱਪੜ ਭਰ ਗਏ, ਕਿੰਨੀ ਗਰਮੀ ਦੂਰ ਹੋ ਗਈ। ਕਹਿਣ ਲੱਗੇ ਪੰਡਤ ਜੀ, ਇਹ ਜਿਹੜੀ ਸਾਡੀ ਬਾਣੀ ਹੈ ਨਾ, ਇਹ ਮੀਂਹ ਵਰਗੀ ਹੈ। ਇਹ ਸਾਰਿਆਂ ਦੇ ਉੱਪਰ ਹੀ ਵਰਖਾ ਕਰਦੀ ਹੈ। ਉੱਚੀ ਜਾਤ ਵਾਲਾ, ਨੀਵੀਂ ਜਾਤ ਵਾਲਾ, ਬਹੁਤੀ ਮਾਇਆ ਵਾਲਾ, ਘੱਟ ਮਾਇਆ ਵਾਲਾ, ਜਿਹੜਾ ਮਰਜ਼ੀ ਇਸ ਬਾਣੀ ਨੂੰ ਪੜ੍ਹ ਸਕਦਾ, ਜਿਹੜਾ ਮਰਜ਼ੀ ਇਸ ਬਾਣੀ ਨੂੰ ਕਮਾ ਸਕਦਾ। ਜਿਹੜਾ ਵੀ ਪੜ੍ਹੇਗਾ, ਜਿਹੜਾ ਵੀ ਸੁਣੇਗਾ, ਇਹ ਬਾਣੀ ਉਹਦਾ ਹੀ ਭਲਾ ਕਰੇਗੀ। ਇਹ ਤਾਂ ਅਸੀਂ ਰਚੀ ਹੈ। ਤੁਹਾਡਾ ਸਵਾਲ ਇਹ ਸੀ ਵੀ ਬਾਣੀ ਕਿਉਂ ਰਚਦੇ ਪਏ ਹੋ? ਬਾਣੀ ਤੇ ਪਹਿਲਾਂ ਬੜੀ ਹੈ, ਬਾਣੀ ਤੇ ਪਹਿਲਾਂ ਬਹੁਤ ਸੀ, ਪਰ ਉਸ ਬਾਣੀ ਨੂੰ ਪੜ੍ਹਨ ਦਾ ਅਧਿਕਾਰ ਸਾਰਿਆਂ ਦੇ ਕੋਲ ਨਹੀਂ ਸੀ। ਨਾ ਸੁਣਨ ਦਾ ਅਧਿਕਾਰ ਸੀ, ਨਾ ਉਸ ਬਾਣੀ ਨੂੰ ਸਿੱਖੇ ਬਿਨਾਂ ਪੜ੍ਹਿਆ ਜਾ ਸਕਦਾ ਸੀ। ਅਸੀਂ ਇਹੋ ਜਿਹੀ ਸੌਖੀ ਬਾਣੀ ਉਚਾਰਦੇ ਪਏ ਹਾਂ, ਸਾਡੇ ਸਿੱਖ ਆਪਣੇ ਘਰ ਵਿੱਚ ਬੈਠੇ ਜਦੋਂ ਮਰਜ਼ੀ ਬਾਣੀ ਪੜ੍ਹ ਸਕਦੇ। ਇਹ ਬਖਸ਼ਿਸ਼ ਕੀਤੀ। ਕੋਈ ਗਾਵੇ ਕੋ ਸੁਣੈ ਹਰ ਨਾਮਾ, ਚਿਤ ਲਾਏ ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਫਿਰ ਗੁਰਮੁਖੋ ਬਾਣੀ ਇਹੋ ਜਿਹੀ ਹੈ, ਤੁਸੀਂ ਇਹਨੂੰ ਜਦੋਂ ਮਰਜ਼ੀ ਪੜ੍ਹ ਸਕਦੇ ਹੋ। ਇਹ ਨਹੀਂ ਵੀ ਅੰਮ੍ਰਿਤ ਵੇਲੇ ਪੜ੍ਹਨਾ ਤੇ ਦੁਪਹਿਰੇ ਨਹੀਂ, ਜਾਂ ਦੁਪਹਿਰੇ ਪੜ੍ਹਨੀ ਹੈ ਤੇ ਸ਼ਾਮ ਨੂੰ ਨਹੀਂ, ਜਾਂ ਸ਼ਾਮ ਨੂੰ ਪੜ੍ਹਨੀ ਹੈ ਤੇ ਰਾਤ ਨੂੰ ਨਹੀਂ। ਕੁਝ ਪਿਆਰੇ ਪੁੱਛ ਲੈਂਦੇ ਨਾ ਕਿ ਸਹਿਜ ਪਾਠ ਰਾਤ ਨੂੰ ਕਰ ਸਕਦੇ ਹਾਂ, ਸ਼ਾਮ ਨੂੰ ਕਰ ਸਕਦੇ ਹਾਂ। ਸਹਿਜ ਪਾਠ ਦੀ ਬਾਣੀ ਜਦੋਂ ਮਰਜ਼ੀ ਪੜ੍ਹ ਸਕਦੇ, ਭਾਵੇਂ ਸਵੇਰ ਹੈ, ਸ਼ਾਮ ਹੈ, ਰਾਤ ਹੈ, ਦੁਪਹਿਰ ਹੈ, ਬਾਣੀ ਜਦੋਂ ਮਰਜ਼ੀ ਪੜ੍ਹ। ਬਾਣੀ ਪੜ੍ਹਨ ਦਾ ਕੋਈ ਸਮਾਂ ਨਹੀਂ। ਪਰ ਨਿਤਨੇਮ ਮਹਾਰਾਜ ਨੇ ਅੰਮ੍ਰਿਤ ਵੇਲੇ ਆਖਿਆ ਵੀ ਅੰਮ੍ਰਿਤ ਵੇਲੇ ਨਿਤਨੇਮ ਜ਼ਰੂਰ ਕਰਿਆ ਕਰ, ਉਹਦੇ ਤੋਂ ਛੁੱਟ। ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਕਿਹਾ ਸਿੱਖਾ ਜਿਹੜੇ ਵੀ ਸਮੇਂ ਪੜ੍ਹ ਸਕਦਾ, ਰੋਕ ਟੋਕ ਕੋਈ ਨਹੀਂ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਕਿਉਂਕਿ ਸਤਿਗੁਰ ਜਾਗਤਾ ਹੈ ਦਿਓ।
ਪਰ ਹੁਣ ਜੇ ਆਪਾਂ ਵੇਦਾਂ ਸ਼ਾਸਤਰਾਂ ਦੀ ਗੱਲ ਕਰੀਏ ਤੇ ਗੁਰਮੁਖੋ ਉਹਨਾਂ ਦਾ ਸਮਾਂ ਹੈ। ਸਮਾਂ ਗੱਲ ਵੱਖਰੀ ਹੈ, ਮੌਸਮ ਗੱਲ ਵੱਖਰੀ ਹੈ। ਇੱਕ ਵੇਦ ਨੂੰ ਕਿਹੜੇ ਮੌਸਮ ਦੇ ਵਿੱਚ ਪੜ੍ਹਿਆ ਜਾਏਗਾ? ਸਾਲ ਦੇ ਵਿੱਚ ਪਹਿਲਾਂ ਉਹ ਮੌਸਮ ਉਡੀਕਣਾ ਪਵੇਗਾ। ਜਦੋਂ ਉਹ ਰੁੱਤ ਆਵੇਗੀ ਉਸ ਰੁੱਤ ਵਿੱਚ ਹੀ ਉਹ ਪੜ੍ਹਿਆ ਜਾ ਸਕਦਾ। ਪਹਿਲਾਂ ਸਾਲ ਦੇ ਵਿੱਚ ਰੁੱਤ ਉਡੀਕੋ, ਫਿਰ ਰੁੱਤ ਦੇ ਵਿੱਚ ਪੜ੍ਹੋ। ਪਰ ਗੁਰੂ ਕੀ ਬਾਣੀ ਵਾਸਤੇ ਰੁੱਤ ਕੋਈ ਨਹੀਂ ਹੈ, ਨਾ ਸਾਲ ਉਡੀਕਣਾ ਪਵੇ। ਹੁਣੇ ਜੀ ਕਰਦਾ ਹੁਣੇ ਪੜ੍ਹ ਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਗਾਵੇ, ਇਸ ਬਾਣੀ ਨੂੰ ਕੋਈ ਵੀ ਗਾ ਸਕਦਾ ਉੱਚੀ ਆਵਾਜ਼ ਦੇ ਵਿੱਚ। ਕੋ ਸੁਣੇ, ਇਸ ਬਾਣੀ ਨੂੰ ਕੋਈ ਵੀ ਸੁਣ ਸਕਦਾ ਹੈ। ਹਰਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਫਿਰ ਇੱਥੇ ਸ਼ੱਕ ਭਰਮ ਕੋਈ ਨਹੀਂ ਹੈ ਵੀ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ। ਮੁਕਤੀ ਤੇ ਮਿਲ ਹੀ ਜਾਣੀ ਹੈ ਜਿਹੜਾ ਬਾਣੀ ਨੂੰ ਪੜ੍ਹੇਗਾ। ਇਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਬ੍ਰਾਹਮਣ ਦਾ ਸਵਾਲ ਸੁਣ ਕੇ ਤੇ ਉਹਨੂੰ ਜਵਾਬ ਦਿੱਤਾ ਕਿ ਬਾਣੀ ਤਾਂ ਅਸੀਂ ਰਚੀ ਹੈ ਵੀ ਬਾਣੀ ਸੌਖੀ ਹੈ। ਕਲਯੁਗ ਦੇ ਲੋਕਾਂ ਕੋਲ ਇੰਨਾ ਸਮਾਂ ਨਹੀਂ। ਗੁਰਮੁਖੋ ਪਹਿਲੇ ਸਮੇਂ ਵਿੱਚ ਨਾ ਬੰਦੇ ਦੀ ਉਮਰਾਂ ਬੜੀ ਲੰਮੀ ਸੀ। ਗ੍ਰੰਥਕਾਰਾਂ ਨੇ ਲਿਖਿਆ ਵੀ ਸਤਯੁਗ ਦੇ ਵਿੱਚ 1 ਲੱਖ ਸਾਲ ਦੀ ਉਮਰਾ ਹੈ। ਐਡੀ ਵੱਡੀ ਉਮਰਾਂ 'ਚੋਂ 10-20 ਸਾਲ ਸਿੱਖ ਲਿਆ, ਕੁਝ ਸਮਾਂ ਪੜ੍ਹ ਲਿਆ, ਕੁਝ ਸਮਾਂ ਕਮਾਈ ਕਰ ਲਈ ਤੇ ਆਪਣੇ ਆਪ ਹੀ ਬੰਦਾ ਮੁਕਤੀ ਨੇੜੇ ਪਹੁੰਚ ਜਾਂਦਾ। ਅਗਲਾ ਯੁੱਗ ਆਇਆ ਤੇ 10 ਗੁਣਾ ਉਮਰਾਂ ਘਟੀ ਹੈ, 10,000 ਸਾਲ ਰਹਿ ਗਈ ਹੈ, ਫਿਰ ਵੀ ਬਹੁਤ ਹੈ। ਉਸ ਤੋਂ ਅਗਲਾ ਯੁੱਗ ਆਇਆ, 10 ਗੁਣਾ ਫਿਰ ਘਟੀ ਹੈ, 1,000 ਸਾਲ, ਚਲੋ ਫਿਰ ਵੀ ਬੜੀ ਵੱਡੀ ਉਮਰ ਆ। ਪਰ ਕਲਯੁੱਗ ਦੇ ਵਿੱਚ ਤੇ ਉਮਰਾਂ ਹੀ ਸਾਰੀ 100 ਸਾਲ ਦੀ ਹੈ। ਉਹ ਵੀ ਕਹਿਣ ਨੂੰ ਹੀ ਹੈ ਵੀ 100 ਸਾਲ ਦੀ ਹੈ। ਅੱਧਿਓਂ ਵੱਧ ਉਮਰਾਂ ਤੋਂ ਜਦੋਂ ਵਿਅਕਤੀ ਟੱਪਦਾ ਹੈ ਨਾ ਤੇ ਫਿਰ ਉਹਦੇ ਸਰੀਰ ਦੇ ਅੰਗ ਪੂਰੇ ਕੰਮ ਨਹੀਂ ਕਰਦੇ। ਲੱਕ, ਗੋਡੇ, ਮੋਢੇ ਪੀੜ, ਦਰਦ, ਅੱਖਾਂ ਦੀ ਨਿਗਾਹ ਘਟ ਗਈ, ਚੱਲਣਾ ਫਿਰਨਾ ਫਰਕ ਪੈ ਗਿਆ। ਹੌਲੀ ਹੌਲੀ ਸਰੀਰ ਵਿੱਚ ਬਿਮਾਰੀਆਂ, ਅਲਾਮਤਾਂ ਪੈਦਾ ਹੋ ਜਾਂਦੀਆਂ ਜਿਹੜੀਆਂ ਸਰੀਰ ਦੀ ਉਹ ਤਾਕਤ ਨਹੀਂ ਰਹਿਣ ਦਿੰਦੀਆਂ। ਹੁਣ ਉਮਰਾਂ ਤੇ ਘਟ ਗਈ ਹੈ ਤੇ ਵੇਦ ਉਹੀ ਹੈ ਜਿਹੜਾ ਉਦੋਂ ਲੋਕੀ ਸਤਿਯੁਗ ਵਿੱਚ ਪੜ੍ਹਦੇ ਸੀ, ਤ੍ਰੇਤੇ ਵਿੱਚ ਪੜ੍ਹਦੇ ਸੀ, ਦੁਆਪਰ ਵਿੱਚ ਪੜ੍ਹਦੇ ਸੀ। ਗ੍ਰੰਥ ਉਹ ਹੈ ਤੇ ਉਮਰਾਂ ਕਲਯੁਗ ਦੀ ਹੈ। ਹੁਣ ਇੰਨੀ ਕੁ ਉਮਰਾਂ ਵਿੱਚ ਬੰਦਾ ਘਰ ਦਾ ਕੰਮ ਕਰੇ ਕਿ ਵਿਦਿਆ ਸਿੱਖੇ, ਕਿ ਵਿਦਿਆ ਪੜ੍ਹੇ, ਜਾਂ ਫਿਰ ਉਹ ਕਰਮ ਕਰੇ ਜਿਹੜੇ ਲਿਖੇ ਹੋਏ। ਨਹੀਂ, ਮਨੁੱਖਾ ਜਨਮ ਦਾ ਕਲਯੁਗ ਦੇ ਵਿੱਚ ਗੁਰਮੁਖੋ ਸਮਾਂ ਬੜਾ ਘੱਟ ਹੈ, ਬੜਾ ਥੋੜ੍ਹਾ ਜਿਹਾ ਸਮਾਂ। 100 ਸਾਲ ਦੀ ਉਮਰਾਂ ਮੰਨ ਕੇ ਚੱਲੀਦਾ, ਪਰ 100 ਸਾਲ ਨੂੰ ਪਹੁੰਚਦਾ ਕੋਈ ਹੈ। ਇੰਨੀ ਉਮਰਾਂ ਜੇ ਮਿਲ ਵੀ ਜਾਵੇ ਤੇ ਤਾਂ ਵੀ ਉਹਦੇ ਵਿੱਚ ਵਿਅਕਤੀ ਨਵਾਂ ਨਰੋਇਆ ਨਹੀਂ ਰਹਿੰਦਾ। 15-20 ਸਾਲ ਤੱਕ ਤੇ ਵਿਅਕਤੀ ਪੜ੍ਹਨ ਵਿੱਚ ਲਾ ਦਿੰਦਾ। ਉਸ ਤੋਂ ਮਗਰੋਂ ਘਰ ਦੇ ਕੰਮਾਂ ਦੇ ਵਿੱਚ ਜਦੋਂ ਬਜ਼ੁਰਗ ਹੋ ਜਾਂਦਾ ਫਿਰ ਆਪਣਾ ਆਪ ਸੰਭਾਲਣਾ ਔਖਾ, ਦਵਾਈ ਬੂਟੀ ਦਾ ਕੰਮ ਚੱਲ ਪੈਂਦਾ। ਬੜੀ ਥੋੜ੍ਹੀ ਉਮਰ ਹੈ ਕਲਯੁੱਗ ਦੇ ਵਿੱਚ ਤੇ ਇੰਨੇ ਸਮੇਂ ਵਿੱਚ ਗ੍ਰੰਥ ਪੜ੍ਹਨੇ, ਪੜ੍ਹ ਕੇ ਫਿਰ ਉਹਨਾਂ ਦੀ ਕਮਾਈ ਕਰਨੀ ਔਖਾ ਬਚਨ ਹੈ। ਗੁਰੂ ਪਾਤਸ਼ਾਹ ਨੇ ਸੌਖੀ ਬਾਣੀ, ਸੁਖੈਨ ਬਾਣੀ ਸਾਡੀ ਝੋਲੀ ਪਾਈ ਹੈ ਕਿ ਜਦੋਂ ਮਰਜ਼ੀ ਰਾਤ ਨੂੰ ਦਿਨੇ ਉੱਠ ਕੇ ਪੜ੍ਹ ਸਕਦਾ, ਜਦੋਂ ਮਰਜ਼ੀ ਇਸ ਦਾ ਆਨੰਦ ਲੈ ਸਕਦਾ। ਔਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਜਿਹੜੀ 12 ਮਾਹ ਦੀ ਬਾਣੀ ਹੈ ਨਾ, ਇਹ 12 ਮਾਹ ਦੀ ਬਾਣੀ ਗੁਰਮੁਖੋ ਗੁਰੂ ਨਾਨਕ ਸਾਹਿਬ ਨੇ ਵੀ ਉਚਾਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੇ ਪੜ੍ਹਦੇ ਨੇ ਨਾ ਉਹਨਾਂ ਨੂੰ ਪਤਾ। 12 ਮਾਹ ਦੀ ਬਾਣੀ 10ਵੇਂ ਗੁਰੂ ਨੇ ਵੀ ਉਚਾਰੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਜਿਹੜੇ ਬਾਣੀ ਪੜ੍ਹਦੇ ਨੇ 10ਵੇਂ ਪਾਤਸ਼ਾਹ ਦੀ, ਉਹਨਾਂ ਨੂੰ ਵੀ ਇਸ ਗੱਲ ਦਾ ਭਲੀ ਭਾਂਤ ਪਤਾ ਹੈ। ਔਰ ਇਹੋ ਹੀ 12 ਮਾਹ ਦੀ ਬਾਣੀ ਗੁਰੂ ਅਰਜਨ ਸਾਹਿਬ ਨੇ ਵੀ ਉਚਾਰੀ ਹੈ। ਪਰ ਸਾਡੇ ਸਿੱਖ ਧਰਮ ਦੇ ਵਿੱਚ ਪ੍ਰਚਲਿਤ ਜਿਹੜੀ ਬਾਣੀ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ। ਉਹਦਾ ਕਾਰਨ ਇਹ ਹੈ ਵੀ ਬਾਣੀ ਸਭ ਤੋਂ ਸੌਖੀ ਹੈ, ਪੜ੍ਹਦਿਆਂ ਨਾਲ ਦੀ ਨਾਲ ਹੀ ਸਮਝ ਆਉਣ ਲੱਗ ਜਾਂਦੀ ਹੈ। ਸੋ ਐਸੀ ਸੁਖੈਨ ਬਾਣੀ ਜਿਹੜੀ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਡੀ ਝੋਲੀ ਪਾ ਰਹੇ ਨੇ। ਅਸੀਂ ਕਲਯੁੱਗ ਦੇ ਜੀਵ ਇਸ ਨੂੰ ਪੜ੍ਹ ਕੇ ਆਪਣਾ ਭਲਾ ਕਰ ਸਕੀਏ, ਮੁਕਤ ਹੋ ਸਕੀਏ। ਇਸ ਬਾਣੀ ਨੂੰ ਮਹਾਰਾਜ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਦੀਵਾਨ ਹਾਲ, ਮੰਜੀ ਹਾਲ ਦੇ ਬਾਹਰ ਮਹਾਰਾਜ ਬੈਠੇ ਸਨ, ਉੱਥੇ ਮਹਾਰਾਜ ਨੇ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤੀ ਹੈ। ਭੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾ ਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਹਰੀ ਪਰਮਾਤਮਾ ਹੈ ਤੇ ਨਾ ਹੋ ਕਹੀਏ ਪਤੀ ਹੈ। ਜੋ ਪਰਮਾਤਮਾ ਪਤੀ ਹੈ ਨਾ,
ਗੁਰਮੁਖੋ ਜਿਨ੍ਹਾਂ ਨੂੰ ਕੰਠ ਮਿਲਿਆ ਹੈ, ਕੰਠ ਤੋਂ ਭਾਵ ਹੁੰਦਾ ਗਲਾ, ਜਿਨ੍ਹਾਂ ਨੂੰ ਗਲੇ ਲੱਗ ਕੇ ਮਿਲਿਆ ਹੈ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਗਲੇ ਦੇ ਨਾਲ ਲਾ ਲਿਆ, ਆਪਣੀ ਜੱਫੀ ਦੇ ਵਿੱਚ ਲੈ ਲਿਆ, ਆਪਣੀ ਬੁੱਕਲ ਦੇ ਵਿੱਚ ਪ੍ਰਮਾਤਮਾ ਨੇ ਲੈ ਲਿਆ। ਪੋਖ ਤੁਖਾਰ ਨਾ ਵਿਆਪਈ, ਉਹਨਾਂ ਦੀ ਇਹ ਪੋਹ ਦੀ ਠੰਡ ਰੂਪੀ ਇਹ ਜੜਤਾ ਦਾ ਪਾਲਾ ਨਹੀਂ ਲੱਗਦਾ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਇਹ ਕਿਹਨੂੰ ਲਿਆ? ਭਾਈ ਜੈਤਾ ਜੀ ਨੂੰ ਆਪਣੀ ਬੁੱਕਲ ਦੇ ਵਿੱਚ, ਆਪਣੀਆਂ ਬਾਹਾਂ ਦੇ ਵਿੱਚ। ਤੇ ਗੁਰੂ ਪਾਤਸ਼ਾਹ ਨੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਭਾਈ ਮੰਝ ਜੀਆਂ ਨੂੰ। ਗੁਰੂ ਪਾਤਸ਼ਾਹ ਨੇ ਆਪਣੀਆਂ ਬਾਹਾਂ ਦੇ ਵਿੱਚ ਲੈ ਲਿਆ ਭਾਈ ਮਹਾ ਸਿੰਘ ਨੂੰ। ਜਿਹੜੇ ਐਸੇ ਗੁਰਮੁਖ ਹੋਏ ਨੇ, ਮਹਾਰਾਜ ਕਹਿਣ ਲੱਗੇ ਪੋਖ ਤੁਖਾਰ ਨਾ ਵਿਆਪਈ। ਤੁਖਾਰ ਨਾਮ ਬਰਫ਼ ਦਾ ਹੈ, ਠੰਡ ਦਾ ਹੈ। ਉਹਦੇ ਮਹੀਨੇ ਵਿੱਚ ਸੰਸਾਰੀ ਲੋਕਾਂ ਨੂੰ ਤਾਂ ਬੜੀ ਠੰਡ ਲੱਗਦੀ ਹੈ, ਪਰ ਜਿਹੜੇ ਗੁਰੂ ਵਾਲੇ ਬਣ ਜਾਂਦੇ, ਪਰਮੇਸ਼ਰ ਵਾਲੇ ਬਣ ਜਾਂਦੇ, ਮਹਾਰਾਜ ਕਹਿਣ ਲੱਗੇ ਠੰਡ ਰੂਪੀ ਜੜਤਾ ਜਿਹੜੀ ਹੈ ਉਹਨਾਂ ਦੇ ਨੇੜੇ ਨਹੀਂ ਆਉਂਦੀ ਹੈ। ਐਸੀ ਬਖਸ਼ਿਸ਼ ਵਾਲੇ ਉਹ ਗੁਰਮੁਖ ਬਣ ਜਾਂਦੇ। ਫਿਰ ਫਰਮਾਉਂਦੇ ਹਨ, ਪੋਖ ਤੁਖਾਰ ਨਾ ਵਿਆਪੇ, ਕੰਠ ਮਿਲਿਆ ਹਰ ਨਾ ਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜਾ ਸਮਾਂ ਹੈ ਨਾ ਗੁਰਮੁਖੋ, ਇਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ। ਸਮੇਂ ਦੇ ਜਿਹੜੇ ਤੱਤ ਨੇ ਇਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਨੇ। ਜਿਨ੍ਹਾਂ ਨੂੰ ਪ੍ਰਮਾਤਮਾ ਮਿਲ ਜਾਂਦਾ ਹੈ, ਮਹਾਰਾਜ ਕਹਿਣ ਲੱਗੇ ਇਹ ਸਮਾਂ ਵੀ ਨਹੀਂ ਵਿਆਪਦਾ ਉਹਨਾਂ ਦੇ ਉੱਪਰ। ਸਮੇਂ ਦੇ ਉਹ ਪਾਬੰਦ ਨਹੀਂ ਰਹਿ ਜਾਂਦੇ। ਕਿਵੇਂ ਨਹੀਂ ਰਹਿ ਜਾਂਦੇ? ਉਹਨਾਂ ਦੀ ਬਿਰਤੀ ਰੂਪੀ ਜੜਤਾ ਨੂੰ ਤੋੜ ਨਹੀਂ ਸਕਦਾ। ਸਾਡੀ ਬਿਰਤੀ ਟੁੱਟ ਜਾਂਦੀ ਹੈ ਨਾ, ਕੋਈ ਸ਼ੋਰ ਕਰੇ, ਸ਼ਰਾਬਾ ਕਰੇ ਤੇ ਸਾਡਾ ਧਿਆਨ ਟੁੱਟ ਜਾਂਦਾ। ਗੁਰਮੁਖਾਂ ਦਾ ਨਹੀਂ ਜੇ ਧਿਆਨ ਟੁੱਟਦਾ। ਭਾਈ ਮਤੀ ਦਾਸ ਦਾ ਧਿਆਨ ਤੋੜਨ ਵਾਸਤੇ ਜਲਾਦਾਂ ਨੇ ਸਿਰ ਤੇ ਆਰਾ ਰੱਖ ਦਿੱਤਾ। ਆਰਾ ਚੱਲਦਾ ਪਿਆ ਪਰ ਧਿਆਨ ਕੋਈ ਨਹੀਂ ਟੁੱਟਿਆ। ਆਰੇ ਨੇ ਸਰੀਰ ਚੀਰ ਦਿੱਤਾ ਪਰ ਬਾਣੀ ਨਹੀਂ ਜੇ ਸਿੱਖ ਦੀ ਭੁੱਲੀ ਤੇ ਨਾ ਟੁੱਟੀ ਹੈ। ਸਰੀਰ ਦੋ ਹਿੱਸਿਆਂ ਵਿੱਚ ਪਿਆ ਹੋਇਆ, ਬਾਣੀ ਉਸੇ ਤਰ੍ਹਾਂ ਹੀ ਚੱਲਦੀ ਪਈ ਹੈ। ਇਹ ਹੈ ਜਿਨ੍ਹਾਂ ਦੀ ਬਿਰਤੀ ਜੁੜੀ ਹੈ ਗੁਰੂ ਦੇ ਨਾਲ, ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ। ਮਹਾਨ ਸ਼ਹੀਦ, ਮਹਾਨ ਗੁਰਸਿੱਖ ਬਾਬਾ ਦੀਪ ਸਿੰਘ ਜੀਆਂ ਦਾ ਸੀਸ ਧੜ ਦੇ ਨਾਲੋਂ ਜੁਦਾ ਹੋਇਆ। ਅੰਮ੍ਰਿਤਸਰ ਤੋਂ ਦੂਰ ਨੇ, 7 ਕੇ 8 ਮੀਲ ਦੀ ਦੂਰੀ ਤੇ ਇਹ ਕੌਤਕ ਵਰਤਿਆ। ਬਿਰਤੀ ਨਹੀਂ ਟੁੱਟੀ ਹੈ, ਸੁਰਤੀ ਨਹੀਂ ਟੁੱਟੀ ਹੈ। ਸੀਸ ਵੱਖਰਾ ਹੋ ਗਿਆ ਤੇ ਤਾਂ ਕੀ ਹੋਇਆ? ਆਪਣੇ ਹੱਥ ਦੀ ਤਲੀ ਤੇ ਰੱਖਿਆ ਤੇ ਫਿਰ ਉਸੇ ਤਰ੍ਹਾਂ ਖੰਡਾ ਚੁੱਕ ਕੇ ਅੱਗੇ ਨੂੰ ਚੱਲ ਪਿਆ। ਇਹ ਹੈ ਜਿਨ੍ਹਾਂ ਦੀ ਬਿਰਤੀਆਂ ਐਸੀਆਂ ਜੁੜ ਜਾਂਦੀਆਂ ਨਾ ਗੁਰਮੁਖੋ, ਉਹਨਾਂ ਦੀ ਬਿਰਤੀ ਸਰੀਰ ਟੁੱਟਣ ਤੋਂ ਮਗਰੋਂ ਵੀ ਨਹੀਂ ਟੁੱਟਦੀ ਹੈ। ਜਿਨ੍ਹਾਂ ਦੇ ਧਿਆਨ ਜੁੜ ਜਾਂਦੇ, ਐਸੇ ਗੁਰਮੁਖ ਬਣ ਜਾਂਦੇ ਹਨ। ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੋ। ਜਿਨ੍ਹਾਂ ਨੂੰ ਦਰਸ਼ਨਾਂ ਦੀ ਪ੍ਰਾਪਤੀ ਹੋਈ ਹੈ, ਉਹਨਾਂ ਦਾ ਮਨ ਪ੍ਰਮਾਤਮਾ ਦੇ ਜਿਹੜੇ ਕਮਲਾਂ ਵਰਗੇ ਸੁੰਦਰ ਚਰਨ ਨੇ ਉਹਨਾਂ ਦੇ ਵਿੱਚ ਵਿੰਨਿਆ ਜਾਂਦਾ। ਵਿਦਿਆ ਤੋਂ ਭਾਵ ਵਿੰਨਿਆ ਗਿਆ, ਮਿਲ ਗਿਆ ਪ੍ਰਮਾਤਮਾ ਦੇ ਸੋਹਣੇ ਚਰਨਾਂ ਦੇ ਵਿੱਚ। ਉਹਨਾਂ ਗੁਰਮੁਖਾਂ ਦਾ ਮਨ ਜਿਨ੍ਹਾਂ ਨੂੰ ਦਰਸ਼ਨਾਂ ਦੀ ਇੱਛਾ ਲੱਗੀ ਹੈ। ਸਗਲ ਭਵਨ ਕੇ ਨਾਇਕਾ, ਇੱਕ ਛਿਣ ਦਰਸ ਦਿਖਾਏ ਜੀ। ਜਿਨ੍ਹਾਂ ਦੀ ਐਸੀ ਭਾਵਨਾ ਬਣੀ ਹੈ, ਦਰਸ਼ਨਾਂ ਦੀ ਇੱਛਾ ਲੈ ਕੇ ਚੱਲੇ, ਉਹ ਗੁਰਮੁਖ ਐਸੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। ਓਟ ਗੋਵਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਸਤਿਗੁਰੂ ਬਖਸ਼ਿਸ਼ ਕਰਦੇ ਜਿਨ੍ਹਾਂ ਨੂੰ ਗੋਪਾਲ ਗੋਬਿੰਦ ਦੀ ਓਟ ਪ੍ਰਾਪਤ ਹੋਈ ਹੈ। ਰਾਏ ਕਹੀਏ ਜਿਹੜਾ ਰਾਜਾ ਸਰੂਪ ਹੈ, ਉਹਨਾਂ ਨੇ ਸੁਆਮੀ ਦੀ ਸੇਵਾ ਕਰਕੇ ਤੇ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕੀਤਾ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ। ਇਹ ਬਚਨ ਮਹਾਰਾਜ ਦੇ। ਜਿਨ੍ਹਾਂ ਨੇ ਸੇਵਾ ਦਾ ਲਾਹਾ ਲਿਆ, ਉਹ ਕਹਿੰਦੇ ਵੀ ਰਾਜਾ ਸਰੂਪ ਜੋ ਗੋਪਾਲ ਪਰਮਾਤਮਾ ਹੈ, ਉਹਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਵੇਖਿਆ ਪੋਹਿ ਨਾ ਸਕੈ, ਮਿਲ ਸਾਧੂ ਗੁਣ ਗਾਹੋ। ਜਿਹੜੇ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ, ਸਾਧੂਆਂ ਦੀ ਸੰਗਤ, ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਗਤ ਵਿੱਚ ਬੈਠ ਕੇ ਜਿਹੜੇ ਵਿਅਕਤੀ ਉਹਦੇ ਗੁਣ ਗਾਉਂਦੇ ਨੇ, ਉਹਦਾ ਨਾਮ ਜਪਦੇ ਨੇ, ਉਹਨਾਂ ਨੂੰ ਵਿਖਿਆ ਪੋਹੇ ਨਾ ਸਕੇ। ਇਹ ਵਕਾਰ ਨਹੀਂ ਪੋਹ ਸਕਦੇ, ਸੰਸਾਰ ਦੀ ਮੋਹ ਮਮਤਾ ਨਹੀਂ ਪੋਹ ਸਕਦੀ, ਵਿਸ਼ੇ ਨਹੀਂ ਪੋਹ ਸਕਦੇ। ਵਿਸ਼ਿਆਂ ਤੋਂ ਵੀ ਉਹ ਗੁਰਮੁਖ ਦੂਰ ਹੋ ਜਾਂਦੇ।
ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸਰਹੰਦ ਦੇ ਸੂਬੇਦਾਰ ਨੇ ਕੈਦ ਕੀਤਾ ਨਾ ਠੰਡੇ ਬੁਰਜ ਦੇ ਅੰਦਰ। ਜਾਣਿਆ ਕਿ ਛੋਟੇ ਬੱਚੇ ਨੇ, ਲਾਲਚ ਦਿੱਤਾ ਜਾਵੇ। ਆਖਿਆ ਤੁਹਾਡੀਆਂ ਉਮਰਾਂ ਬੜੀਆਂ ਛੋਟੀਆਂ ਨੇ, ਮੈਂ ਤੁਹਾਡੇ ਬੜੇ ਬੜੇ ਤਗੜੇ ਘਰਾਂ ਦੇ ਵਿੱਚ ਵਿਆਹ ਕਰ ਦੇਵਾਂਗਾ, ਪਰ ਸ਼ਰਤ ਕੇਵਲ ਇੱਕੋ ਹੀ, ਆਪਣਾ ਦੀਨ ਧਰਮ ਛੱਡ ਦਿਓ, ਸਾਡਾ ਧਰਮ ਅਪਣਾ ਲਓ। ਜਦੋਂ ਵੇਖਿਆ ਨਹੀਂ ਇਹ ਗੱਲ ਨਹੀਂ ਕਬੂਲੀ ਗਈ ਹੈ, ਇਹ ਕਹਿਣ ਲੱਗੇ ਉਸ ਵੇਲੇ ਧਨ ਦਾ ਲਾਲਚ ਦਿੱਤਾ, ਮਾਇਆ ਜਿੰਨੀ ਚਾਹੀਦੀ ਹੈ, ਜਗੀਰ ਜਿੰਨੀ ਚਾਹੀਦੀ ਹੈ, ਪੈਸਾ ਜਿੰਨਾ ਚਾਹੀਦਾ, ਸ਼ੌਹਰਤ ਜਿੰਨੀ ਚਾਹੀਦੀ ਹੈ, ਦੱਸੋ ਕੀ ਦਈਏ? ਮੂੰਹੋਂ ਮੰਗਿਆ ਦੇ ਦੇਵਾਂਗੇ, ਤੁਸੀਂ ਕੰਮ ਇੱਕੋ ਹੀ ਕਰਨਾ, ਆਪਣਾ ਈਮਾਨ ਧਰਮ ਛੱਡ ਕੇ ਸਾਡੇ ਧਰਮ ਵਿੱਚ ਪ੍ਰਵੇਸ਼ ਕਰ ਲਵੋ। ਵਿਦਵਾਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ, ਜਦੋਂ ਸਾਹਿਬਜ਼ਾਦੇ ਠੰਡੇ ਬੁਰਜ ਵਿੱਚੋਂ ਕਚਹਿਰੀ ਵਿੱਚ ਚੱਲ ਕੇ ਆਉਂਦੇ ਨੇ ਤੇ ਵਜ਼ੀਰ ਖਾਨ ਨੇ ਜਾਣ ਬੁੱਝ ਕੇ ਦੁਕਾਨਾਂ ਬਾਹਰ ਖੁਲਵਾ ਦਿੱਤੀਆਂ। ਇੱਕ ਪਾਸੇ ਖਿਡੌਣਿਆਂ ਦੀਆਂ ਦੁਕਾਨਾਂ, ਬੜੇ ਬੜੇ ਸੋਹਣੇ ਖਿਡੌਣੇ ਖੇਡਣ ਵਾਲੇ, ਕਿਉਂਕਿ ਬੱਚੇ ਨੂੰ ਖਿਡੌਣਾ ਚੰਗਾ ਲੱਗਦਾ ਨਾ, ਦੂਜੇ ਦੇ ਘਰੇ ਵੀ ਚਲਾ ਜਾਵੇ ਤੇ ਉਹਦੇ ਵੀ ਖਿਡੌਣੇ ਨੂੰ ਚੁੱਕ ਕੇ ਲੈ ਆਉਂਦਾ, ਜਿੱਦ ਕਰਦਾ ਮੈਨੂੰ ਵੀ ਇਹੋ ਜਿਹਾ ਲਿਆ ਕੇ ਦਿਓ। ਬੜੇ ਸੋਹਣੇ ਖਿਡੌਣਿਆਂ ਦੀਆਂ ਦੁਕਾਨਾਂ ਲਾ ਦਿੱਤੀਆਂ। ਖਿਡੌਣਾ ਵੇਖ ਕੇ ਰੋਣ ਲੱਗ ਪੈਣਗੇ, ਆਖਣਗੇ ਵੀ ਸਾਨੂੰ ਇਹ ਚਾਹੀਦਾ। ਇੱਕ ਪਾਸੇ ਬੜੀਆਂ ਸੋਹਣੀਆਂ ਮਠਿਆਈ ਦੀਆਂ, ਖਾਣ ਪੀਣ ਦੀਆਂ ਦੁਕਾਨਾਂ ਲਵਾ ਦਿੱਤੀਆਂ। ਬੱਚਾ ਖਾਣ ਪੀਣ ਦਾ ਸ਼ੌਕੀਨ ਹੈ, ਵੇਖ ਕੇ ਮੰਗੇਗਾ ਜ਼ਰੂਰ। ਇਹ ਸਾਰੇ ਲਾਲਚ ਦਿੱਤੇ ਗਏ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਤੇ ਅਗਲੇ ਪਾਸੇ ਇੱਕ ਛੋਟੀ ਜੀ ਸ਼ਸਤਰਾਂ ਦੀ ਦੁਕਾਨ ਲਵਾ ਦਿੱਤੀ। ਪਹਿਲਾਂ ਮਾਇਆ ਦਾ ਲਾਲਚ ਦਿੱਤਾ, ਜਦੋਂ ਬਾਜ਼ਾਰ ਦੇ ਵਿੱਚੋਂ ਦੀ ਲੈ ਕੇ ਆਏ, ਇਹਨਾਂ ਦੋਨਾਂ ਸਤਿਗੁਰਾਂ ਦੇ ਫਰਜ਼ੰਦਾਂ ਨੇ ਨਹੀਂ ਵੇਖਿਆ ਖਿਡੌਣਿਆਂ ਦੇ ਵੱਲ ਤੇ ਨਹੀਂ ਵੇਖਿਆ ਮਠਿਆਈ ਦੀਆਂ ਦੁਕਾਨਾਂ ਦੇ ਵੱਲ, ਵੀ ਮਠਿਆਈ ਕਿਹੜੀ ਪਈ ਹੈ, ਖਿਡੌਣੇ ਕਿਹੜੇ ਪਏ ਨੇ। ਤੇ ਤੁਰਦਿਆਂ ਤੁਰਦਿਆਂ ਜਦੋਂ ਉੱਥੇ ਆਏ ਨਾ ਜਿੱਥੇ ਸ਼ਾਸਤਰ ਲੱਗੇ ਹੋਏ ਦੁਕਾਨ ਤੇ ਭੱਜ ਕੇ ਦੋਨਾਂ ਨੇ ਤੇਗਾਂ ਫੜ ਲਈਆਂ। ਦੌੜ ਕੇ ਦੋਨਾਂ ਨੇ ਜਾ ਕੇ ਤਲਵਾਰਾਂ ਨੂੰ ਹੱਥ ਪਾ ਲਿਆ। ਸਰਹੰਦ ਦਾ ਸੂਬੇਦਾਰ ਚਾਹੁੰਦਾ ਹੈ ਮਾਇਆ ਦਾ ਲਾਲਚ ਦੇ ਕੇ ਇਹਨਾਂ ਨੂੰ ਡੁਲਾ ਲਵਾਂ, ਜਗੀਰ ਦਾ ਲਾਲਚ ਦੇ ਕੇ ਡਰਾ ਲਵਾਂ, ਵਿਆਹ ਦਾ ਲਾਲਚ ਦੇ ਕੇ ਇਹਨਾਂ ਨੂੰ ਡੁਲਾ ਲਵਾਂ, ਇਹਨਾਂ ਦੇ ਧਰਮ ਤੋਂ ਚੰਗੇ ਖਿਡੌਣੇ ਵਿਖਾ ਕੇ, ਚੰਗੀਆਂ ਮਠਿਆਈਆਂ ਵਿਖਾ ਕੇ ਡੋਲ ਜਾਣ, ਮੇਰੀ ਕੋਈ ਨਾ ਕੋਈ ਗੱਲ ਮੰਨ ਲੈਣ। ਪਰ ਕਿਸੇ ਵੀ ਕਾਮਯਾਬੀ ਵਿੱਚ ਕਾਮਯਾਬ ਨਹੀਂ ਹੋਇਆ। ਜਦੋਂ ਸ਼ਸਤਰ ਪਕੜੇ ਤੇ ਸਰਹੰਦ ਦੇ ਸੂਬੇਦਾਰ ਨੇ ਪੁੱਛਿਆ ਇਹਦਾ ਕੀ ਕਰੋਗੇ ਜੇ ਤੁਹਾਨੂੰ ਛੱਡ ਦਈਏ? ਕਹਿਣ ਲੱਗੇ ਸਾਨੂੰ ਛੱਡ ਕੇ ਤੇ ਵੇਖ, ਅਸੀਂ ਜਾਵਾਂਗੇ, ਆਪਣੇ ਸਿੱਖਾਂ ਨੂੰ ਇਕੱਠਿਆਂ ਕਰਾਂਗੇ, ਬੁਲਾਵਾਂਗੇ ਆਪਣੇ ਕੋਲ, ਇੰਨੀ ਵੱਡੀ ਫੌਜ ਤਿਆਰ ਕਰਾਂਗੇ, ਸੂਬਾ ਸਰਹੰਦ, ਤੇਰੀ ਸਰਹੰਦ ਦੇ ਨਾਲ ਇੱਟ ਦੇ ਨਾਲ ਇੱਟ ਵਜਾ ਦਿਆਂਗੇ। ਇਹ ਬਚਨ ਉਹਨਾਂ ਨੇ ਕਹਿ ਦਿੱਤਾ ਛੋਟੀ ਉਮਰ ਦੇ ਵਿੱਚ। ਐਵੇਂ ਨਹੀਂ ਕਿਹਾ ਜਾਂਦਾ, ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ। ਦੁਸ਼ਮਣ ਦੇ ਨਾਲ ਘਿਰੇ ਹੋਏ ਨੇ ਚਾਰ ਚੁਫੇਰਿਓਂ, ਠੰਡੀਆਂ ਰਾਤਾਂ ਵਿੱਚ ਬੁਰਜ ਵਿੱਚ ਰਹਿਣਾ ਪੈਂਦਾ ਹੈ, ਭੁੱਖੇ ਤੇ ਪਿਆਸੇ, ਤੇ ਕਈ ਤਰ੍ਹਾਂ ਦੇ ਜ਼ੁਲਮ ਵੀ ਕਰਦੀ ਹੈ ਸਮੇਂ ਦੀ ਸਰਕਾਰ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਖਿਆ ਸਾਨੂੰ ਛੱਡੇਗਾ ਤੇ ਅਸੀਂ ਇਹ ਨਹੀਂ ਤੈਨੂੰ ਕਹਿੰਦੇ ਵੀ ਅਸੀਂ ਜਾ ਕੇ ਕੁਝ ਨਹੀਂ ਕਵਾਂਗੇ ਜਾਂ ਕੁਝ ਨਹੀਂ ਕਰਾਂਗੇ, ਅਸੀਂ ਆਪਣੇ ਸਿੱਖ ਭਾਈਆਂ ਨੂੰ ਇਕੱਠੇ ਕਰਾਂਗੇ ਤੇ ਤੇਰੇ ਨਾਲ ਅਸੀਂ ਜੰਗ ਕਰਕੇ ਵਿਖਾਵਾਂਗੇ, ਤੇਰੀਆਂ ਕੀਤੀਆਂ ਦਾ ਤੈਨੂੰ ਫਲ ਭੁਗਤਾਵਾਂਗੇ। ਇਹ ਬਚਨ ਬੜੀ ਚੜ੍ਹਦੀ ਕਲਾ ਦੇ ਵਿੱਚ ਉਸ ਵੇਲੇ ਕਹਿ ਦਿੱਤੇ। ਮਹਾਰਾਜ ਕਹਿਣ ਲੱਗੇ ਵਿਖਿਆ ਪੁਹੇ ਨ ਸਕਈ ਮਿਲ ਸਾਧੂ ਗੁਣ ਗਾਹੋ। ਜਿਨ੍ਹਾਂ ਨੇ ਸੰਗਤ ਧਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੀਤੀ ਹੋਵੇ, ਬੱਚੇ ਭਾਵੇਂ ਉਮਰਾਂ ਦੇ ਛੋਟੇ ਨੇ ਪਰ ਸੰਗਤ ਵੱਡਿਆਂ ਦੀ ਮਿਲੀ ਹੈ ਨਾ, ਸੰਗਤ ਪੂਰਿਆਂ ਦੀ ਮਿਲੀ ਹੋਵੇ, ਉਮਰਾਂ ਭਾਵੇਂ ਛੋਟੀ ਵੀ ਹੈ ਤਾਂ ਕੀ ਹੋਇਆ। ਕਹਿਣ ਲੱਗੇ ਉਹਨਾਂ ਨੂੰ ਡੁਲਾਇਆ ਨਹੀਂ ਜਾ ਸਕਿਆ। ਸੂਬਾ ਸਰਹੰਦ ਬੜੇ ਜ਼ੋਰ ਲਾ ਕੇ, ਬੜੇ ਲਾਲਚ ਦੇ ਕੇ, ਇਨਾਮ ਖਨਾਮ ਦੇ ਕੇ ਸਾਰਾ ਕੁਝ ਕਰਦਾ ਰਿਹਾ, ਪਰ ਕਿਸੇ ਵੀ ਚਾਲ ਵਿੱਚ ਕਾਮਯਾਬ ਨਹੀਂ ਹੋਇਆ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਬਚਨ ਉਹਨਾਂ ਨੇ ਅਪਣਾਇਆ, ਪੂਰਾ ਕੀਤਾ। ਸੋ ਕਹਿਣ ਲੱਗੇ ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੰਸਾਰ ਦੀ ਮਾਇਆ ਰੂਪੀ ਵਿਕਾਰ ਵੀ ਨਹੀਂ ਪੋਹ ਸਕਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਵੀ ਵਿਕਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੱਥੋਂ ਬਿਰਤੀ ਟੁੱਟੀ ਸੀ ਨਾ ਗੁਰਮੁਖਾਂ ਦੀ, ਉੱਥੇ ਬਿਰਤੀ ਜਾ ਕੇ ਫਿਰ ਜੁੜ ਜਾਂਦੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿੱਥੋਂ ਅਸੀਂ ਟੁੱਟ ਕੇ
ਦੁਨੀਆ ਤੇ ਆਏ ਆ। ਟੁੱਟ ਕੇ ਕਿੱਥੋਂ ਆਏ ਆ? ਪਰਮਾਤਮਾ ਦੇ ਨਾਲੋਂ। ਕਬੀਰ ਜੋ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੂਰਾ ਪੁਜੈ ਨ ਰਤਨ ਕਰੋੜ। ਕਹਿਣ ਲੱਗੇ ਜਿੱਥੋਂ ਟੁੱਟ ਕੇ ਪ੍ਰਮਾਤਮਾ ਨਾਲ ਉਪਜ ਆਏ ਆ, ਫਿਰ ਉਸੇ ਪ੍ਰਮਾਤਮਾ ਦੇ ਨਾਲ ਗੁਰਮੁਖ ਮਿਲ ਜਾਂਦੇ। ਨਾਮ ਜਪ ਕੇ ਐਸੀ ਪ੍ਰੀਤੀ ਉਹਨਾਂ ਦੇ ਪ੍ਰਾਪਤ ਹੋ ਜਾਂਦੀ ਹੈ। ਕਰ ਗਹਿ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆ ਹੋ। ਜਿਨ੍ਹਾਂ ਦੀ ਬਾਂਹ ਪਾਰ ਬ੍ਰਹਮ ਪਰਮੇਸ਼ਰ ਨੇ ਫੜ ਲਈ ਨਾ ਗੁਰਮੁਖੋ, ਉਹ ਫਿਰ ਦੁਬਾਰਾ ਵਿਛੜਦੇ ਨਹੀਂ। ਇੱਕ ਵਾਰੀ ਬਸ ਬਾਂਹ ਹੀ ਫੜਾਉਣੀ ਹੈ। ਇੱਕ ਵਾਰੀ ਸਾਡੀ ਬਾਂਹ ਫੜ ਲਈ ਨਾ ਗੁਰੂ ਨੇ, ਤੇ ਫਿਰ ਗੁਰੂ ਬਾਂਹ ਨਹੀਂ ਛੱਡਦਾ ਹੈ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋਡੀਐ। ਐਸਾ ਗੁਰੂ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਂਹ ਫੜ ਲੈਂਦੇ, ਫਿਰ ਛੱਡਦੇ ਨਹੀਂ, ਭਾਵੇਂ ਉਹ ਕਸ਼ਮੀਰੀ ਪੰਡਤ ਹੀ ਕਿਉਂ ਨਾ ਹੋਣ। ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮ ਅਗਾਹੋ। ਉਹ ਜਿਹੜਾ ਅਗਮ ਅਗਾਹੋ ਪਰਮਾਤਮਾ ਸੱਜਣ ਹੈ, ਲੋਕ ਪਰਲੋਕ ਦਾ, ਉਹਦੇ ਤੋਂ ਬਾਰਨੇ ਜਾਈਏ, ਬਲਹਾਰਨੇ ਜਾਈਏ, ਕੁਰਬਾਨ ਜਾਈਏ, ਸਦਕੇ ਜਾਣਾ ਕਰੀਏ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਿਆ ਹੋ। ਜਦੋਂ ਅਸੀਂ ਉਹਦੇ ਦਰ ਤੇ ਪੈ ਜਾਵਾਂਗੇ ਨਾ ਆ ਕੇ, ਤੇ ਫਿਰ ਉਹਨੂੰ ਸ਼ਰਮ ਆਵੇਗੀ, ਲੱਜਾ ਆਵੇਗੀ ਵੀ ਇਹ ਮੇਰੇ ਦਰ ਤੇ ਪੈ ਗਿਆ। ਇਹ ਕੇਵਲ ਹੁਣ ਮੇਰੇ ਜੋਗਾ ਹੀ ਹੈ, ਮੇਰੇ ਕੋਲ ਹੀ ਆ ਗਿਆ, ਮੇਰੇ ਬਿਨਾਂ ਕਿਸੇ ਦੇ ਕੋਲ ਜਾਣ ਵਾਲਾ ਨਹੀਂ। ਉਹਨੂੰ ਲੱਜਾ ਆ ਜਾਂਦੀ ਹੈ। ਪਰ ਲੱਜਾ ਉਦੋਂ ਆਵੇਗੀ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਜਦੋਂ ਇਹ ਬੇਨਤੀ ਕਰੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਈ ਦੇਸ ਦੇਸ ਭਾਖਾ ਰਟੰਤ। ਨਵੇਂ ਨਵੇਂ ਦੇਸਾਂ ਵਿੱਚ ਜਾ ਕੇ ਨਵੀਂ ਨਵੀਂ ਭਾਖਾ ਸਿੱਖ ਲੈਣੀ, ਬੋਲੀ ਸਿੱਖ ਲੈਣੀ, ਉਹਨਾਂ ਦੀ ਭਾਸ਼ਾ ਬੋਲਣੀ ਲਿਖਣੀ ਸਿੱਖ ਲੈਣੀ। ਜਿੰਨੀਆਂ ਮਰਜ਼ੀ ਭਾਸ਼ਾ ਬੋਲਣੀਆਂ ਲਿਖਣੀਆਂ ਸਿੱਖ ਲੈ। ਬੋਲੀਆਂ ਭਾਸ਼ਾ ਸਿੱਖ ਕੇ ਮਾਇਆ ਤੇ ਕਮਾ ਸਕਦਾ, ਪਰ ਬਹੁਤੀਆਂ ਬੋਲੀਆਂ ਸਿੱਖ ਕੇ ਪਰਮਾਤਮਾ ਨਹੀਂ ਰਜਾਇਆ ਜਾਂਦਾ। ਕਈ ਦੇਸ ਦੇਸ ਵਿਦਿਆ ਪੜ੍ਹੰਤ। ਇੱਕ ਦੇਸ਼ ਵਿੱਚ ਵਿਦਿਆ ਪੜ੍ਹੀ, ਦੂਜੇ ਵਿੱਚ ਚਲੇ ਗਏ, ਤੀਜੇ ਵਿੱਚ ਚਲੇ ਗਏ, ਉੱਥੋਂ ਦੇ ਗ੍ਰੰਥਾਂ ਦਾ ਅਧਿਐਨ ਕਰਦੇ ਰਹੇ। ਇਹ ਵੀ ਸਾਰਾ ਕੁਝ ਕੀਤਾ ਹੈ। ਕਈ ਕਰਤ ਭਾਂਤ ਭਾਤਨ ਵਿਚਾਰ। ਭਾਂਤਾਂ ਭਾਂਤਾਂ ਦੀ ਵਿਚਾਰ ਕੀਤੀ ਗ੍ਰੰਥਾਂ ਤੇ, ਵਿਦਵਾਨਾਂ ਦੇ ਕੋਲ ਜਾ ਕੇ ਇਹ ਸਾਰਾ ਕੁਝ ਕਰ ਲਿਆ। ਨਹੀਂ ਨੈਕ ਤਾਸ ਪਾਈਅਤ ਨਾ ਪਾਰ। ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ ਇਹਨਾਂ ਕਾਰਜਾਂ ਦੇ ਨਾਲ। ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਸਾਰੇ ਕਾਰਜ ਛੱਡ ਕੇ ਨਾਰਾਇਣ ਦੇ ਦਰ ਤੇ ਪੈ ਜਾ। ਇਹ ਬੇਨਤੀ ਕਰ, ਪਰਮਾਤਮਾ ਤੇਰੇ ਬਿਨਾ ਮੇਰਾ ਕੋਈ ਨਹੀਂ। ਤੇਰੇ ਵਾਸਤੇ ਤੇ ਮੇਰੇ ਬਿਨਾ ਬੜੇ ਹੋਣਗੇ, ਪਰ ਮੇਰੇ ਕੋਲ ਤੇਰੇ ਵਰਗਾ ਕੋਈ ਨਹੀਂ ਹੈਗਾ। ਮੈਂ ਤੇਰੇ ਦਰ ਤੇ ਪੈ ਗਿਆ, ਮੇਰੀ ਬਾਂਹ ਫੜਨ ਦੀ ਆਪ ਦੀ ਲਾਜ ਰੱਖੋ। ਜਦੋਂ ਐਸਾ ਤਰਲਾ ਕਰੇਗਾ, ਫਿਰ ਗੁਰੂ ਨੂੰ ਲੱਜਾ ਆ ਜਾਏਗੀ ਵੀ ਇਹ ਮੇਰਾ ਹੈ, ਮੇਰੇ ਉੱਪਰ ਇਸ ਨੇ ਭਰੋਸਾ ਕੀਤਾ, ਮੇਰੇ ਦਰ ਤੇ ਆ ਕੇ ਪੈ ਗਿਆ। ਫਿਰ ਗੁਰੂ ਬਾਂਹ ਪਕੜ ਲੈਂਦਾ, ਸੰਸਾਰ ਤੋਂ ਕੱਢ ਲੈਂਦਾ ਹੈ। ਭੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਹੋ। ਸਤਿਗੁਰੂ ਪਾਤਸ਼ਾਹ ਜੀ ਪੋਹ ਦੇ ਮਹੀਨੇ ਦਾ ਉਪਦੇਸ਼ ਦੇ ਰਹੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਪੋਹ ਦੇ ਮਹੀਨੇ ਵਿੱਚ ਸਾਰੇ ਸੁੱਖ ਉਹਨਾਂ ਨੂੰ ਮਿਲਦੇ। ਇਹਨਾਂ ਨੂੰ ਮਿਲਦੇ ਨੇ ਜਿਸ ਬਖਸ਼ੇ ਵੇ ਪਰਵਾਹ। ਪਰਮਾਤਮਾ ਨੂੰ ਪਰਵਾਹ ਨਹੀਂ ਨਾ ਕਿਸੇ ਦੀ। ਸਾਨੂੰ ਪਰਵਾਹ ਹੈ ਵੱਡੇ ਛੋਟੇ ਦੀ, ਅਮੀਰ ਦੀ, ਗਰੀਬ ਦੀ, ਦੁਨੀਆ ਦੀ। ਪਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ। ਦੁਨੀਆ ਜੋ ਮਰਜ਼ੀ ਕਹੀ ਜਾਵੇ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ। ਦੁਨੀਆ ਕਵੇ ਵੀ ਰੱਬ ਬੜਾ ਚੰਗਾ, ਤੇ ਕੋਈ ਫਰਕ ਨਹੀਂ ਪੈਣਾ ਪਰਮਾਤਮਾ ਨੂੰ। ਦੁਨੀਆ ਕਵੇ ਵੀ ਰੱਬ ਬੜਾ ਹੀ ਮਾੜਾ, ਗਾਲਾਂ ਦੇਈ ਜਾਵੇ, ਤਾਂ ਵੀ ਕੋਈ ਫਰਕ ਨਹੀਂ ਪੈਣਾ ਪਰਮਾਤਮਾ। ਉਹ ਬੇਪਰਵਾਹ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਊਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਬੇਪਰਵਾਹ। ਜਿਹਨੂੰ ਬੇਪਰਵਾਹ ਪਰਮਾਤਮਾ ਬਖਸ਼ ਦੇਵੇ, ਉਹਨੂੰ ਸਾਰੇ ਸੁੱਖ ਹੀ ਸੁੱਖ ਮਿਲਦੇ ਨੇ। ਦੁੱਖ ਨਾਸ ਹੀ ਹੋ ਜਾਂਦੇ, ਦੁੱਖ ਰਹਿੰਦਾ ਹੀ ਕੋਈ ਨਹੀਂ। ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸ ਜਾਵੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ।
ਸੋ ਹੁਣ ਸਹਿਜ ਪਾਠ ਸਾਹਿਬ ਜੀਆਂ ਦੇ ਭੋਗ ਪਾਏ ਜਾਣਗੇ। ਉਪਰੰਤ ਆਪਾਂ ਅਰਦਾਸ ਬੇਨਤੀ ਕਰਾਂਗੇ। ਸਰਮ ਪਈ ਨਾਰਾਇਣ ਨਾਨਕ ਦਰ ਪਿਆ ਹੋ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ